ਸੰਨ 1495 ਦੀ ਗੱਲ ਹੈ। ਉਹਨਾਂ ਦਿਨਾਂ ਵਿੱਚ ਕਬੀਰ ਜੀ ਬਨਾਰਸ ਆਏ ਹੋਏ ਸਨ ਅਤੇ ਇੱਧਰ ਸਿਕੰਦਰ ਲੋਧੀ ਜੌਨਪੁਰ ਆਇਆ ਹੋਇਆ ਸੀ। ਭਗਤ ਕਬੀਰ ਜੀ ਦੇ ਖਿਲਾਫ ਇੱਕ ਬਹੁਤ ਹੀ ਵੱਡੀ ਸਭਾ ਹੋਈ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਸਨ। ਸਾਰਿਆਂ ਨੇ ਇਕੱਠੇ ਹੋ ਕੇ ਸਿਕੰਦਰ ਲੋਧੀ ਪਾਸ ਸਮੂਹਿਕ ਰੂਪ 'ਚ ਭਗਤ ਕਬੀਰ ਜੀ ਖਿਲਾਫ ਸ਼ਿਕਾਇਤ ਕੀਤੀ ਸੀ। ਸਿਕੰਦਰ ਲੋਧੀ ਉਹਨਾਂ ਦੀ ਗੱਲ ਨਾ ਸੁਣ ਕੇ ਕਹਿੰਦਾ ਕਿ ਉਹਨਾਂ ਨੂੰ ਮੇਰੇ ਸਾਹਮਣੇ ਤਾਂ ਵੱਡੀਆਂ ਵੱਡੀਆਂ ਹਸਤੀਆਂ ਸਿਰ ਝੁਕਾਉਂਦੀਆਂ ਹਨ, ਇਹ ਕਬੀਰ ਕੀ ਚੀਜ਼ ਹੈ। ਇਸ ਸਾਰੀ ਵਾਰਤਾ ਦੌਰਾਨ ਸਿਕੰਦਰ ਲੋਧੀ ਦਾ ਧਰਮ ਗੁਰੂ ਸ਼ੇਖ ਤਬੀ ਵੀ ਨਾਲ ਸੀ। ਸ਼ੇਖ ਤਬੀ ਇੱਕ ਸੂਫੀ ਫਕੀਰ ਸੀ ਅਤੇ ਅਧਿਆਤਮਕ ਮਾਰਗ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਸਿਕੰਦਰ ਲੋਧੀ ਨੇ ਭਗਤ ਕਬੀਰ ਜੀ ਬਾਰੇ ਸ਼ੇਖ ਤਕੀ ਨਾਲ ਵਿਚਾਰ ਵਟਾਂਦਰਾ ਕੀਤਾ। ਸਿਕੰਦਰ ਲੋਧੀ ਕਹਿਣ ਲੱਗਾ ਕਿ ਕਬੀਰ ਇੱਕ ਜੁਲਾਹਾ ਹੈ, ਅਖੌਤੀ ਨੀਵੀਂ ਜਾਤ ਦਾ ਹੈ। ਫਿਰ ਇਸ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਕਿ ਇੱਕ ਬਨਾਰਸ ਦੇ ਲੋਕ ਇਸ ਤੋਂ ਪਰੇਸ਼ਾਨ ਹੋ ਗਏ ਹਨ। ਸ਼ੇਖ ਤਕੀ ਕਹਿਣ ਲੱਗਾ ਕਿ ਜਾਪਨਾ ਜਿਵੇਂ ਭਗਤ ਕਬੀਰ ਜੀ ਬਾਰੇ ਦੱਸਿਆ ਗਿਆ ਹੈ, ਇੰਜ ਜਾਪਦਾ ਹੈ ਕਿ ਭਗਤ ਕਬੀਰ ਜੀ ਬਹੁਤ ਵੱਡੇ ਵਿਦਵਾਨ, ਫਕੀਰ ਤੇ ਮਹਾਂਪੁਰਖ ਹਨ। ਅਸਲ 'ਚ ਸ਼ੇਖ ਤਕੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਭਗਤ ਕਬੀਰ ਜੀ ਇੱਕ ਸੱਚੇ ਸੰਤ ਹਨ। ਅੱਗੋਂ ਸਿਕੰਦਰ ਲੋਧੀ ਕਹਿਣ ਲੱਗਾ ਕਿ ਇੱਕ ਜੁਲਾਹੇ ਨੂੰ ਧਰਮ ਦੇ ਬਾਰੇ ਇੰਜ ਬੋਲਣ ਦਾ ਹੱਕ ਕਿਵੇਂ ਦਿੱਤਾ ਜਾ ਸਕਦਾ ਹੈ। ਜੇ ਨੀਵੀਂ ਜਾਤ ਦੇ ਲੋਕ ਇੰਜ ਧਰਮ ਦੀਆਂ ਗੱਲਾਂ ਕਰਨਗੇ ਤਾਂ ਸਮਾਜਿਕ ਵਿਵਸਥਾ ਕਿਵੇਂ ਚੱਲੇਗੀ। ਛੋਟੇ ਵੱਡੇ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਵੇਗਾ। ਅਗਲੇ ਦਿਨ ਸਿਕੰਦਰ ਲੋਧੀ ਸ਼ੇਖ ਤਕੀ ਨੂੰ ਨਾਲ ਲੈ ਕੇ ਬਨਾਰਸ ਪਹੁੰਚ ਗਿਆ। ਬਨਾਰਸ ਪਹੁੰਚ ਕੇ ਇਸਨੇ ਗੰਗਾ ਕਿਨਾਰੇ ਡੇਰਾ ਲਾ ਲਿਆ। ਭਗਤ ਕਬੀਰ ਜੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਲਿਆਂਦਾ ਗਿਆ। ਕਬੀਰ ਜੀ ਕਹਿੰਦੇ, ਅਸਾਂ ਤਾਂ ਕੋਈ ਗਲਤ ਕੰਮ ਨਹੀਂ ਕਰਦੇ, ਕੱਪੜਾ ਬੰਨ੍ਹ ਕੇ ਕਿਰਤ ਕਰਕੇ ਆਪਣਾ ਪੇਟ ਭਰਦੇ ਹਾਂ ਅਤੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਹਾਂ। ਭਗਤ ਕਬੀਰ ਜੀ ਨੂੰ ਸਿਕੰਦਰ ਲੋਧੀ ਦੇ ਸਾਹਮਣੇ ਖੜ੍ਹਾ ਦਿੱਤਾ ਗਿਆ। ਕਾਜ਼ੀ ਨੇ ਭਗਤ ਕਬੀਰ ਜੀ ਨੂੰ ਹੌਲੀ ਜਿਹੇ ਕਿਹਾ ਕਿ ਬਾਦਸ਼ਾਹ ਸਲਾਮਤ ਨੂੰ ਝੁਕ ਕੇ ਸਲਾਮ ਕਰੋ, ਤੁਹਾਨੂੰ ਮਾਫ਼ ਕਰ ਦੇਣਗੇ। ਪਰ ਕਬੀਰ ਜੀ ਉੱਦਾਂ ਹੀ ਖੜ੍ਹੇ ਰਹੇ। ਕਾਜ਼ੀ ਨੇ ਫਿਰ ਤੋਂ ਭਗਤ ਕਬੀਰ ਜੀ ਨੂੰ ਬਾਦਸ਼ਾਹ ਨੂੰ ਸਲਾਮ ਕਰਨ ਲਈ ਕਿਹਾ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਕੌਣ ਬਾਦਸ਼ਾਹ, ਕਿਹੜਾ ਬਾਦਸ਼ਾਹ, ਬਾਦਸ਼ਾਹ ਤਾਂ ਦੁਨੀਆ 'ਚ ਇੱਕ ਹੀ ਹੈ, ਉਹ ਪਰਮਾਤਮਾ। ਮੈਂ ਤਾਂ ਉਸ ਪਰਮਾਤਮਾ ਨੂੰ ਸਲਾਮ ਕਰਦਾ ਹਾਂ, ਕਿਸੇ ਹੋਰ ਨੂੰ ਨਹੀਂ। ਉਹ ਪਰਮਾਤਮਾ ਤਾਂ ਇੰਨਾ ਬਲਵਾਨ ਹੈ ਕਿ ਇੱਕ ਪਲ ਵਿੱਚ ਰਾਜਾ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਤੱਕ ਨਹੀਂ ਹਿੱਲ ਸਕਦਾ। ਇਹ ਸਭ ਵਾਰਤਾ ਸੁਣ ਕੇ ਸਿਕੰਦਰ ਲੋਧੀ ਦਾ ਗੁੱਸਾ 7ਵੇਂ ਅਸਮਾਨ 'ਤੇ ਪਹੁੰਚ ਗਿਆ। ਉਹ ਲੋਹਾ ਲਾਖਾ ਹੋ ਗਿਆ ਅਤੇ ਕਬੀਰ ਜੀ ਨੂੰ ਕਹਿਣ ਲੱਗਾ ਕਿ ਕਬੀਰ, ਅੱਜ ਤੂੰ ਜਿਉਂਦਾ ਨਹੀਂ ਬਚੇਂਗਾ, ਦੇਖਦਾ ਹਾਂ ਕਿਹੜਾ ਪਰਮਾਤਮਾ ਤੈਨੂੰ ਬਚਾਉਂਦਾ ਹੈ। ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਨਦੀ ਵਿੱਚ ਸੁੱਟ ਕੇ ਮਾਰਨ ਦਾ ਹੁਕਮ ਦੇ ਦਿੱਤਾ ਗਿਆ। ਪਰ ਕਬੀਰ ਜੀ ਸਿਕੰਦਰ ਲੋਧੀ ਦੇ ਦਰਿਆਵਿਆਂ ਵਿੱਚ ਤੋਂ ਜ਼ਰਾ ਨਾ ਡੋਲੇ। ਅਖੀਰ ਭਗਤ ਕਬੀਰ ਜੀ ਨੂੰ ਮਾਰਨ ਲਈ ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਨਦੀ ਵਿੱਚ ਸੁੱਟ ਦਿੱਤਾ ਗਿਆ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੰਗਾ ਨਦੀ ਵਿੱਚੋਂ ਐਸੀ ਲਹਿਰ ਉੱਠੀ ਕਿ ਭਗਤ ਕਬੀਰ ਜੀ ਦੀਆਂ ਸਾਰੀਆਂ ਜੰਜੀਰਾਂ ਟੁੱਟ ਗਈਆਂ। ਦੇਖਣ ਵਾਲੇ ਸਾਰੇ ਹੈਰਾਨ ਸਨ। ਹਰ ਕਿਸੇ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿ ਭਗਤ ਕਬੀਰ ਜੀ ਮ੍ਰਿਗ ਛਾਲਾ 'ਤੇ ਬਿਰਾਜਮਾਨ ਹੋਣ। ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਇਸ ਘਟਨਾ ਨੂੰ ਇੰਝ ਬਿਆਨ ਕੀਤਾ ਹੈ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ संग ना साथ, जल थल राख
राखन है रघुनाथ, जल थल राखन है रघुनाथ। भगत कबीर जी कहते हैं कि कोई भी पाखंड ਜਾਂ ਕਰਮ ਕਾਂਡ ਸੰਗੀ ਨਹੀਂ ਬਣ ਸਕਦੇ। ਇੱਕ ਪਰਮਾਤਮਾ ਹੀ ਹੈ ਜਿਹੜੇ ਪਾਣੀ ਅਤੇ ਧਰਤੀ ਹਰ ਥਾਂ 'ਤੇ ਸਭ ਦਾ ਰਖਵਾਲਾ ਹੈ। ਫਿਰ ਸਿਕੰਦਰ ਲੋਧੀ ਨੇ ਭਗਤ ਕਬੀਰ ਜੀ ਨੂੰ ਅੱਗ ਵਿੱਚ ਸਾੜ ਕੇ ਮਾਰਨ ਦਾ ਹੁਕਮ ਦੇ ਦਿੱਤਾ। ਭਗਤ ਕਬੀਰ ਜੀ ਇੱਥੋਂ ਵੀ ਬਚ ਗਏ। ਹੁਣ ਲੋਧੀ ਪਰੇਸ਼ਾਨ ਹੋ ਗਿਆ। ਇਸ ਵਾਰ ਲੋਧੀ ਨੇ ਕਾਜ਼ੀਆਂ ਦੀ ਸਲਾਹ ਕਰਕੇ ਇੱਕ ਵਿਉਂਤੀ ਬਣਾਈ, ਜਿਸ ਅਨੁਸਾਰ ਇੱਕ ਪਾਗਲ ਹਾਥੀ ਨੂੰ ਸ਼ਰਾਬ ਪਿਆ ਕੇ ਕਬੀਰ ਜੀ ਦੇ ਹੱਥ ਪੈਰ ਬੰਨ੍ਹ ਕੇ ਉਸ ਅੱਗੇ ਸੁੱਟ ਦਿੱਤਾ ਜਾਵੇ। ਉੱਦਾਂ ਹੀ ਹੋਇਆ। ਮਹਾਵਤ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਜਿਵੇਂ ਜਿਵੇਂ ਉਹ ਹਾਥੀ ਨੂੰ ਭਗਤ ਕਬੀਰ ਜੀ ਦੇ ਨੇੜੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਜਾ ਰਿਹਾ, ਤਾਂ ਹਾਥੀ ਨੂੰ ਭਗਤ ਕਬੀਰ ਜੀ ਉੱਪਰ ਚੜ੍ਹਾਉਣ ਲੱਗਾ ਹਾਥੀ ਪਿੱਛੇ ਹਟ ਜਾਂਦਾ ਤੇ ਵਾਪਸ ਭੱਜ ਪੈਂਦਾ। ਅਖੀਰ ਸਿਕੰਦਰ ਲੋਧੀ ਦੀ ਇਹ ਚਾਲ ਵੀ ਕਾਮਯਾਬ ਨਾ ਹੋਈ ਤੇ ਕਬੀਰ ਜੀ ਪਰਮਾਤਮਾ ਦੀ ਕਿਰਪਾ ਸਦਕਾ ਬਚ ਗਏ। ਉਹ ਮਹਾਵਤ ਹਾਥੀ ਨੂੰ ਕਬੀਰ ਜੀ ਅੱਗੇ ਕਰਦਾ, ਪਰ ਹਾਥੀ ਮਸਤ ਹੋ ਗਏ। ਜਿੰਨਾ ਹੀ ਅੱਗੇ ਕਰਦੇ ਓਨਾ ਪਿੱਛੇ ਹੋ ਜਾਂਦਾ। ਹੁਣ ਸਿਕੰਦਰ ਲੋਧੀ ਨੂੰ ਪਤਾ ਲੱਗ ਗਿਆ ਸੀ ਤੇ ਉਹ ਡਰ ਨਾਲ ਕੰਬਣ ਲੱਗ ਪਿਆ। ਫਿਰ ਉਹ ਸਿੰਘਾਸਣ ਤੋਂ ਉੱਠ ਕੇ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਟਹਿ ਪਿਆ ਤੇ ਮੁਆਫ਼ੀ ਮੰਗਣ ਲੱਗ ਪਿਆ। ਹੁਣ ਉਹਨੂੰ ਪਤਾ ਲੱਗ ਗਿਆ ਸੀ ਕਿ ਕਬੀਰ ਜੀ ਸੱਚ ਵਿੱਚ ਹੀ ਭਗਵਾਨ ਦਾ ਰੂਪ ਹਨ। ਜੋ ਵਿਅਕਤੀ ਰੱਬ ਦਾ ਆਸਰਾ ਲੈਂਦਾ ਹੈ, ਰੱਬ ਉਸਨੂੰ ਕਦੇ ਦੁਖੀ ਨਹੀਂ ਕਰਦਾ।